वाहिगुरु साहिब जी। जो मंगै ठाकुर अपने ते सोई सोई देवै। नानक दास मुख ते जो बोलै इहाँ उहाँ सच होवै। धन वाहिगुरु साहिब जी। वाहिगुरु साहिब जी। श्लोक तजो सियानप सुरजनो सिमरहो हर हर राय। एक आस हर मन रखो नानक दुख भरम पौ जाए। अष्टपदी मानुख की टेक वृथी सब जान। देवन को एकै भगवान जिसकै दिए रह घाए। बहुर न तृष्णा लागै आए। मारै राखै एको आप मानुख कै किश नाहि हाथ। इसका हुक्म बूझ सुख होए तिसका नाम रख कंठ परोए। सिमर 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 प्रभ सोए नानक बिघन न लागै कोए। उस्तत मन में कर निरंकार कर मन मेरे सत व्यवहार। निर्मल रसना अमृत पियो सदा सुहेला कर लै जियो। नैनो पेख ठाकुर का रंग साध संग बिनसै सब संग। चरण चलो मार्ग गोबिंद मिटै पाप जपिए हर बिंद। कर हर कर्म शरबन हर कथा हर दरगा नानक उजल मथा। बड़भागी ते जन जग माहे सदा सदा हर के गुण गाहे। राम नाम जो करें विचार सो तनवंत गनी संसार। मन तन मुख बोले हर मुखी सदा सदा जानो ते सुखी। एको एक एक पछानै इत उत की ओ सोजी जानै। नाम संग जिसका मन मानिया नानक तिसै निरंजन जानिया। गुर प्रसाद आपन आप सुझै तिसकी जानो तृष्णा बुझै। साध संग हर हर जस कहत सर्ब रोग ते ओह हर जन रहत। अन दिन कीर्तन केवल बख्यान गृहस्थ में सोई निर्वाण। एक ऊपर जिस जन की आशा तिसकी कटिया जम की फासा। पार ब्रह्म की जिस मन भूख नानक तिसै न लागै दुख।
पार ब्रह्म की जिस मन भूख, नानक तिसै न लागै दुख। परम सन्मानयोग जुगो जुग अटल चबर तख्त दे मालक ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਬਹੁਤ ਹੀ ਵਡਭਾਗੇ ਹਾਂ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹਿਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 281। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਜੁੜ ਕੇ ਬੈਠੀ ਹੈ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਲੜੀਵਾਰ ਆਪਾਂ 14 ਨੰਬਰ ਅਸ਼ਟਪਦੀ ਤੇ ਪਹੁੰਚ ਗਏ ਹਾਂ ਜੀ। ਸਤਿਗੁਰੂ ਜੀ ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਿਆਣਪ ਛੱਡੋ। ਪਾਤਸ਼ਾਹ ਜੀ ਕਹਿ ਰਹੇ ਨੇ ਸਿਆਣਪ ਦਾ ਅਰਥ ਇੱਥੇ ਕੀ ਦਿੱਤਾ ਜੀ? ਚਤੁਰਾਈ, ਅਕਲ ਦਾ ਮਾਣ ਕਰਨਾ। ਪਾਤਸ਼ਾਹ ਜੀ ਕਹਿੰਦੇ ਅਕਲ ਦਾ ਮਾਣ ਕਰਨਾ, ਚਤੁਰਾਈ ਛੱਡ। ਅੱਗੇ ਮਹਾਰਾਜ ਕਹਿੰਦੇ ਸੁਰਜਨੋ, ਹੇ ਭਲੇ ਪੁਰਸ਼ੋ। ਮਹਾਰਾਜ ਨੇ ਬੜਾ ਪਿਆਰਾ ਸ਼ਬਦ ਵਰਤਿਆ, ਸੁਰਜਨ। ਭਲੇ ਚੰਗੇ ਮਨੁੱਖ, ਵਧੀਆ ਮਨੁੱਖ, ਉੱਚੇ ਜੀਵਨ ਵਾਲੇ ਮਨੁੱਖ। ਅੱਗੇ ਮਹਾਰਾਜ ਕਹਿੰਦੇ ਸਿਮਰੋ ਹਰ ਹਰ ਰਾਏ। ਸਿਮਰੋ ਦਾ ਅਰਥ ਚੇਤੇ ਕਰੋ, ਜਪੋ, ਯਾਦ ਕਰੋ। ਕਿਹਨੂੰ ਕਰੋ? ਹਰ ਨੂੰ, ਮਤਲਬ ਰੱਬ ਨੂੰ, ਵਾਹਿਗੁਰੂ ਨੂੰ। ਅੱਗੇ ਮਹਾਰਾਜ ਨੇ ਆਖਿਆ ਏਕ ਆਸ ਹਰ ਮਨ ਰੱਖੋ। ਇੱਕ ਆਸ, ਇੱਕ ਤੇ ਭਰੋਸਾ, ਇੱਕ ਤੇ ਯਕੀਨ। ਮਹਾਰਾਜ ਕਹਿੰਦੇ ਏਕ ਆਸ ਹਰ ਮਨ ਰੱਖੋ। ਮਨ ਦੇ ਵਿੱਚ ਬਿਠਾ ਕੇ ਰੱਖੋ ਇੱਕ ਆਸ ਨੂੰ। ਫਿਰ ਕੀ ਹੁੰਦਾ? ਨਾਨਕ ਦੁੱਖ ਭਰਮ ਭਉ ਜਾਏ। ਤਿੰਨ ਸ਼ਬਦ ਨੇ ਜੀ, ਦੁੱਖ, ਭਰਮ ਤੇ ਭਉ। ਪਾਤਸ਼ਾਹ ਜੀ ਕਹਿੰਦੇ ਅੰਦਰ ਦਾ ਦੁੱਖ, ਅੰਦਰ ਦਾ ਭੁਲੇਖਾ, ਅੰਦਰ ਦਾ ਡਰ ਨਿਕਲ ਜਾਂਦਾ ਹੈ। ਬੰਦਾ ਘੁੰਮਣ ਘੇਰੀ ਦੇ ਵਿੱਚ ਪਤਾ ਕਿਉਂ ਪਿਆ? ਦੁੱਖਾਂ ਦੇ ਵਿੱਚ ਕਿਉਂ ਪਿਆ? ਭਰਮ ਦੇ ਵਿੱਚ ਕਿਉਂ ਪਿਆ? ਡਰ ਦੇ ਵਿੱਚ ਕਿਉਂ ਪਿਆ? ਇਹਦਾ ਇੱਕੋ ਅਰਥ ਬਣਦਾ, ਕਿਉਂਕਿ ਸਤਿਗੁਰ ਮਹਾਰਾਜ ਕਹਿੰਦੇ ਇੱਕ ਤੇ ਆਸ ਨਹੀਂ ਬਣੀ, ਇਸ ਕਰਕੇ ਘੁੰਮਣ ਘੇਰੀ ਦੇ ਵਿੱਚ ਪੈ ਗਿਆ। ਜਿੰਨਾ ਚਿਰ ਸਾਡੀ ਆਸ, ਸਾਡਾ ਭਰੋਸਾ ਇੱਕ ਤੇ ਨਹੀਂ ਬਣਦਾ, ਪਾਤਸ਼ਾਹ ਜੀ ਕਹਿੰਦੇ ਸੰਸਾਰ ਘੁੰਮਣ ਘੇਰੀ ਦੇ ਵਿੱਚ ਹੈ। ਗੁਰੂ ਕੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਸਾਨੂੰ ਇਸ ਘੁੰਮਣ ਘੇਰੀ ਦੇ ਵਿੱਚੋਂ ਕੱਢਦਾ ਹੈ। ਤੁਸੀਂ ਵੇਖੋ, ਬਾਣੀ ਪੜ੍ਹਨ ਵਾਲਾ ਮਨੁੱਖ, ਬਾਣੀ ਸੁਣਨ ਵਾਲਾ ਮਨੁੱਖ, ਬਾਣੀ ਤੇ ਟੇਕ ਰੱਖਣ ਵਾਲਾ ਮਨੁੱਖ, ਉਹਦੇ ਬਾਰੇ ਮਹਾਰਾਜ ਕਹਿ ਰਹੇ ਨੇ ਉਹਦਾ ਆਚਰਣ ਕਿਹੋ ਜਿਹਾ ਹੁੰਦਾ ਹੈ, ਉਹਦਾ ਕਿਰਦਾਰ ਕਿਹੋ ਜਿਹਾ ਹੁੰਦਾ ਹੈ, ਉਹਦੀ ਬੋਲ ਚਾਲ ਕਿਹੋ ਜਿਹੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਸਮਝਾਉਂਦੇ ਨੇ। ਸ਼ਲੋਕ ਦੇ ਅੰਦਰ ਮਹਾਰਾਜ ਇਹੀ ਕਹਿ ਰਹੇ ਨੇ, ਤਜੋ ਸਿਆਣਪ, ਸਿਆਣਪ ਛੱਡੋ ਚਤੁਰਾਈ। ਇੱਕ ਸਿਆਣਪ ਦਾ ਅਰਥ ਅਕਲ ਦਾ ਮਾਣ ਕਰਨਾ, ਚਤੁਰਾਈ। ਪਰ ਇੱਥੇ ਸਾਡੇ ਸਮਾਜ ਅੰਦਰ ਵੀ ਸਿਆਣਪਾਂ ਚੱਲਦੀਆਂ ਨੇ ਜੀ।
ਜਿਨ੍ਹਾਂ ਤੋਂ ਗੁਰਬਾਣੀ ਨੇ ਮਨਾ ਕੀਤਾ, ਵਰਜਿਆ। ਸਾਡੇ ਸਮਾਜ ਅੰਦਰ ਵੀ ਵੇਖੋ, ਆਓ ਸਾਡੇ ਕੋਲ ਆਓ, ਅਸੀਂ ਇਲਾਜ ਕਰਾਂਗੇ। ਸਾਡੀ ਦੁਕਾਨ ਤੇ ਆਓ, ਅਸੀਂ ਵੱਧ ਇਲਾਜ ਕਰਦੇ ਹਾਂ, ਅਸੀਂ ਛੇਤੀ ਇਲਾਜ ਕਰ ਦਾਂਗੇ। ਬੰਦੇ ਅੰਦਰ ਤਿੰਨ ਇਹ ਚੀਜ਼ਾਂ ਜਿਹੜੀਆਂ ਮਹਾਰਾਜ ਕਹਿ ਰਹੇ ਨੇ, ਦੁੱਖ, ਭਰਮ ਤੇ ਭਾਉ। ਦੁੱਖ ਵਿੱਚ ਪੈ ਕੇ, ਭਰਮ ਦੇ ਵਿੱਚ ਪੈ ਕੇ, ਡਰ ਦੇ ਵਿੱਚ ਪੈ ਕੇ ਮਨੁੱਖ ਇਸ ਮਾਇਆ ਦੇ ਜਾਲ ਅੰਦਰ ਫਸ ਜਾਂਦਾ ਹੈ। ਗੁਰੂ ਨਾਨਕ ਮਹਾਰਾਜ ਦੀ ਜਦੋਂ ਬਾਣੀ ਪੜ੍ਹਦੇ ਆ ਨਾ, ਗੁਰੂ ਨਾਨਕ ਮਹਾਰਾਜ ਨੇ ਬੜਾ ਪਿਆਰਾ ਬਚਨ ਆਖਿਆ। ਸਤਿਗੁਰ ਮਹਾਰਾਜ ਕਹਿੰਦੇ, ਜਿਹੜੇ ਆਪਣੇ ਆਪ ਨੂੰ ਸਿਆਣੇ ਅਖਵਾਉਂਦੇ ਨੇ ਨਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸਾਡੇ ਕੋਲ ਆਓ, ਅਸੀਂ ਇਲਾਜ ਕਰਾਂਗੇ, ਅਸੀਂ ਪੁੱਛ ਕੱਢਾਂਗੇ, ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਪਤਾ ਕੀ ਗੱਲ ਕਹੀ ਬਾਣੀ ਦੇ ਅੰਦਰ। ਮਹਾਰਾਜ ਕਹਿੰਦੇ ਇਹੋ ਜਿਹੇ ਲੋਕਾਂ ਦਾ ਹਾਲ ਪਤਾ ਕਿਹੋ ਜਿਹਾ। ਸਤਿਗੁਰ ਮਹਾਰਾਜ ਕਹਿੰਦੇ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ। ਜਿੱਥੇ ਜੀ ਚਾਹੇ ਉਹ ਬੜੇ ਰਾਗ ਅਲਾਪਦੇ ਨੇ। ਇਹ ਸਭ ਕੁਝ ਕਾਰਨ ਪਤਾ ਕੀ ਬਣਦਾ ਹੈ। ਮਹਾਰਾਜ ਕਹਿੰਦੇ ਰੋਟੀ ਦਾ ਮਸਲਾ ਬਣਿਆ ਹੋਇਆ ਹੈ। ਦੁਨੀਆ ਨੂੰ ਚੱਕਰਾਂ ਵਿੱਚ ਪਾ ਕੇ, ਭੁਲੇਖੇ ਵਿੱਚ ਪਾ ਕੇ, ਮਾਫ ਕਰਨਾ, ਸਾਡਾ ਸਮਾਜ ਫਿਰ ਵੀ ਇਹਨਾਂ ਕਰਮਾਂ ਚੋਂ ਨਿਕਲਦਾ ਨਹੀਂ ਹੈ। ਯਕੀਨ ਭਰੋਸਾ ਬਣਾ ਹੀ ਨਹੀਂ ਰਿਹਾ। ਅਸੀਂ ਕਹਿੰਦੇ ਸਾਨੂੰ ਆਹ ਵੀ ਮਿਲ ਜੇ, ਸਾਨੂੰ ਆਹ ਵੀ ਮਿਲ ਜੇ, ਗੁਰੂ ਸਾਨੂੰ ਆਹ ਵੀ ਦੇ ਦੇ। ਪਰ ਜਿੰਨਾ ਚਿਰ ਗੁਰੂ ਤੇ ਭਰੋਸਾ ਨਹੀਂ ਬਣਦਾ, ਯਕੀਨ ਨਹੀਂ ਬਣਦਾ, ਉਹਨਾਂ ਚਿਰ ਸਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਛੱਡੋ ਸਰੀਰਾਂ ਦਾ ਖਹਿੜਾ, ਛੱਡੋ ਇਹਨਾਂ ਚੌਂਕੀਆਂ ਦਾ ਖਹਿੜਾ। ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਫੜ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ। ਗੁਰੂ ਨਾਨਕ ਮਹਾਰਾਜ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਹਨੇਰੇ ਵਿੱਚੋਂ ਕੱਢਿਆ, ਚਾਨਣ ਵਿੱਚ ਲੈ ਕੇ ਆਏ ਨੇ ਮਹਾਰਾਜ। ਗੁਰਬਾਣੀ ਸਾਨੂੰ ਹਨੇਰੇ ਚੋਂ ਕੱਢਦੀ ਹੈ, ਘੁੰਮਣ ਘੇਰੀ ਵਿੱਚੋਂ ਕੱਢਦੀ ਹੈ। ਮਹਾਰਾਜ ਇੱਕ ਮਾਰਗ, ਰਾਹ ਵਿਖਾ ਰਹੇ ਨੇ, ਭਾਈ ਇਸ ਰਾਹ ਤੇ ਚੱਲ। ਇਸ ਮਾਰਗ ਤੇ ਚੱਲਣ ਵਾਲੇ ਤਰ ਗਏ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ। ਅੱਗੇ ਅਸ਼ਟਪਦੀ ਦੇ ਵਿੱਚ ਮਹਾਰਾਜ ਕਹਿ ਰਹੇ ਨੇ ਜੀ, ਸਾਰੀ ਜਿਹੜੀ ਅੱਗੇ ਵਿਆਖਿਆ ਸ਼ੁਰੂ ਹੁੰਦੀ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਇੱਥੇ ਸਿੱਧੇ ਜਿਹੇ ਅਰਥ ਮੈਂ ਕਰ ਦਵਾਂ। ਮਹਾਰਾਜ ਕਹਿ ਰਹੇ ਨੇ ਮਨੁੱਖ ਦੀ ਟੇਕ ਬਿਰਥੀ ਹੈ, ਬੰਦੇ ਦੀ ਟੇਕ ਬਿਰਥੀ ਹੈ। ਹੁਣ ਕਿਹੜੇ ਅਰਥਾਂ ਵਿੱਚ ਮਹਾਰਾਜ ਟੇਕ ਦੀ ਗੱਲ ਕਰ ਰਹੇ ਨੇ? ਮਾਨੋ ਸਾਨੂੰ ਕੋਈ ਮੁਸੀਬਤ ਆ ਗਈ, ਸਾਨੂੰ ਕੋਈ ਦੁੱਖ ਆ ਗਿਆ, ਗੁਆਂਢੀ ਦੀ ਸਹਾਇਤਾ ਕਰਦਾ ਹੈ। ਕੋਈ ਬੰਦਾ ਸਾਡੀ ਦੁੱਖ ਵੇਲੇ ਸਹਾਇਤਾ ਕਰਦਾ ਹੈ, ਕਿਸੇ ਵੀ ਪ੍ਰਕਾਰ ਦੇ ਨਾਲ, ਕਿਸੇ ਵੀ ਤਰੀਕੇ ਨਾਲ। ਹੁਣ ਇੱਥੇ ਧਰਮ ਦੇ ਦਾਇਰੇ ਅੰਦਰ, ਧਰਮ ਦੀ ਦੁਨੀਆ ਅੰਦਰ ਅਸੀਂ ਬੰਦਿਆਂ ਦੀ ਪੂਜਾ ਕਰਦੇ ਹਾਂ, ਸਰੀਰਾਂ ਦੀ ਪੂਜਾ ਕਰਦੇ ਹਾਂ, ਸਰੀਰਾਂ ਅੱਗੇ ਮੱਥੇ ਟੇਕਦੇ ਹਾਂ, ਸਰੀਰਾਂ ਕੋਲੋਂ ਅਸੀਂ ਕੁਝ ਪੁੱਛਦੇ ਹਾਂ ਵੀ ਹੁੰਦਾ ਨਹੀਂ। ਬਹੁਤ ਐਸੇ ਲੋਕ ਨੇ ਜੀ, ਕਈ ਵਾਰ ਆਪਾਂ ਅਕਸਰ ਸੁਣਦੇ ਹਾਂ, ਫਲਾਣਾ ਬੰਦਾ ਸਾਰੀ ਗੱਲ ਇਨ ਬਿਨ ਦੱਸ ਦਿੰਦਾ। ਉਹਨੇ ਪਤਾ ਨਹੀਂ ਕਿਹੜੀ PhD ਕਰ ਲਈ ਵੀ ਸਾਰਾ ਕੁਝ ਦੱਸ ਦਿੰਦਾ। ਬਾਬਾ ਤਾਂ ਕਹਿੰਦਾ ਬਾਣੀ ਅੰਦਰ, ਸਤਿਗੁਰ ਮਹਾਰਾਜ ਕਹਿੰਦੇ ਮਨੁੱਖ ਕੀ ਟੇਕ, ਜਿਹੜੀ ਅਸੀਂ ਧਰਮ ਦੇ ਦਾਇਰੇ ਅੰਦਰ ਬੰਦਿਆਂ ਦੀ ਟੇਕ ਲੈ ਕੇ ਬੈਠੇ ਆ ਨਾ, ਵੀ ਬੰਦਾ ਸਾਡਾ ਕੁਝ ਸਵਾਰੂਗਾ, ਫਲਾਣਾ ਬਾਬਾ ਕੁਝ ਸਾਡਾ ਸਵਾਰੂਗਾ। ਮਹਾਰਾਜ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਸਭ ਕੁਝ ਵਿਅਰਥ ਹੈ, ਬੰਦਾ ਕੁਝ ਨਹੀਂ ਕਰਨ ਵਾਲਾ। ਭਾਵੇਂ ਸਿਰ ਘਮਾਵੇ, ਭਾਵੇਂ ਕੁਛ ਮਰਜ਼ੀ ਕਰੇ, ਉਹ ਕੁਝ ਨਹੀਂ ਕਰ ਸਕਦਾ। ਇੱਕ ਸਾਡੇ ਸਮਾਜ ਅੰਦਰ, ਦੁਨੀਆ ਅੰਦਰ ਡਰ ਪਾ ਕੇ ਆਮ ਲੋਕਾਂ ਦੀ ਜੇਬਾਂ ਵਿੱਚੋਂ ਪੈਸਾ ਕਢਾਉਣ ਦਾ ਤਰੀਕਾ ਤਾਂ ਹੋ ਸਕਦਾ ਹੈ, ਪਰ ਧਰਮ ਇਹਨੂੰ ਨਹੀਂ ਕਹਿ ਸਕਦੇ, ਇਹਨੂੰ ਰੱਬ ਦੀ ਨੇੜਤਾ ਹਾਸਲ ਵਾਲਾ ਤਰੀਕਾ ਨਹੀਂ ਕਹਿ ਸਕਦੇ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਅੱਗੇ ਮਹਾਰਾਜ ਕਹਿੰਦੇ ਦੇਵਨ ਕਉ ਏਕੈ ਭਗਵਾਨ। ਦੇਣ ਵਾਲਾ ਕੌਣ ਹੈ? ਸਾਨੂੰ ਪੁੱਤਰ ਦੀ ਦਾਤ, ਧੀ ਦੀ ਦਾਤ ਦੇਣ ਵਾਲਾ ਕੌਣ ਹੈ? ਪਰਮਾਤਮਾ ਹੀ ਹੈ। ਪੁੱਤਰ ਵੀ ਉਹ ਦਿੰਦਾ, ਧੀ ਵੀ ਉਹ ਦਿੰਦਾ। ਸਾਡਾ ਵਿਸ਼ਵਾਸ ਪਤਾ ਕਿਤੇ ਹੁੰਦਾ? ਸਾਡਾ ਵਿਸ਼ਵਾਸ ਕਰੀਓ ਸਰੀਰ ਤੇ ਵੱਜ ਜਾਂਦਾ। ਫਲਾਣੇ ਸਰੀਰ ਨੇ ਇਹ ਮੈਨੂੰ ਦਾਤ, ਫਲਾਣੇ ਬਾਬੇ ਨੇ ਇਹ ਦਾਤ ਦਿੱਤੀ। ਦਾਤਾਂ ਦੇਣ ਵਾਲਾ ਇੱਕੋ ਹੈ ਜੀ, ਉਹ ਪਰਮਾਤਮਾ। ਇਹ ਗੱਲ ਨੂੰ ਥੋੜਾ ਤਰੀਕੇ ਨਾਲ ਸਮਝੀਏ, ਗੌਰ ਨਾਲ। ਦੇਵਨ ਕਉ ਏਕੈ ਭਗਵਾਨ, ਮਹਾਰਾਜ ਕਹਿੰਦੇ ਜਿਸ ਕੈ ਦੀਐ ਰਹਿ ਅਕਾਏ। ਪਰਮਾਤਮਾ ਜੋ ਦਿੰਦਾ ਨਾ, ਉਹਦੇ ਦਿੱਤੇ ਨਾਲ ਮਨੁੱਖ ਰੱਜ ਜਾਂਦਾ ਹੈ, ਰੱਜਿਆ ਰਹਿੰਦਾ ਹੈ।
ਬਹੁਰ ਨਾ ਤ੍ਰਿਸ਼ਨਾ ਲਾਗੇ ਆਏ, ਉਹਨੂੰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਲੱਗਦੀ। ਮਾਰੈ ਰਾਖੈ ਏਕੋ ਆਪ, ਮਾਰਨ ਵਾਲਾ ਵੀ ਉਹੀ ਹੈ ਤੇ ਰੱਖਣ ਵਾਲਾ ਵੀ ਉਹੀ ਹੈ। ਅੱਗੇ ਮਹਾਰਾਜ ਪਤਾ ਕੀ ਕਹਿੰਦੇ, ਮਾਨੁਕੈ ਕਿਛ ਨਾਹੀ ਹਾਥ, ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ। ਜੇ ਗੱਲ ਪਤਾ ਲੱਗੀ ਵੀ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ, ਫਿਰ ਬੰਦਿਆਂ ਦੀ ਪੂਜਾ ਕਿਉਂ ਕਰਦੇ ਆ, ਸਰੀਰਾਂ ਦੀ ਪੂਜਾ ਕਿਉਂ ਕਰਦੇ ਆ? ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖ ਲਓ ਜੀ, ਸਾਡੇ ਗੁਰੂ ਸਾਹਿਬਾਨਾਂ ਨੇ ਸਰੀਰਕ ਜਾਮੇ ਅੰਦਰ ਜਿੰਨਾ ਚਿਰ ਗੁਰੂ ਸਾਹਿਬ ਵਿੱਚ ਰਹੇ ਨੇ ਨਾ, ਸਾਡੇ ਗੁਰੂਆਂ ਨੇ ਮਨੁੱਖ ਨੂੰ, ਪ੍ਰਾਣੀ ਨੂੰ ਇੱਕ ਰੱਬ ਨਾਲ ਹੀ ਜੋੜਿਆ, ਅਕਾਲ ਦੀ ਪੂਜਾ ਵੱਲ ਪ੍ਰੇਰਿਤ ਕੀਤਾ ਹੈ। ਇਹ ਨਹੀਂ ਵੀ ਕਿਸੇ ਸਰੀਰ ਦੀ ਪੂਜਾ ਕਰੋ, ਕਿਸੇ ਤਸਵੀਰ ਦੀ ਪੂਜਾ ਕਰੋ, ਕਿਸੇ ਜਗ੍ਹਾ ਦੀ ਪੂਜਾ ਕਰੋ। ਗੁਰਬਾਣੀ ਦਾ ਫਰਮਾਨ ਹੈ, ਮਹਾਰਾਜ ਕਹਿੰਦੇ ਪੂਜਾ ਕੀਚੈ ਨਾਮ ਧਿਆਈਐ, ਨਾਮ ਨੂੰ ਧਿਆਉਣਾ ਸਭ ਤੋਂ ਵੱਡੀ ਪੂਜਾ ਹੈ। ਜੇ ਨਾਮ ਸਾਨੂੰ ਧਿਆਣਾ ਜਾਵੇ, ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਮਾਨੁਕ ਹੈ ਕਿਸੇ ਨਾਹੀ ਹਾਥ, ਬੰਦੇ ਦੇ ਹੱਥ ਵਿੱਚ ਜਦੋਂ ਕੁਝ ਹੈ ਹੀ ਨਹੀਂ, ਫਿਰ ਬੰਦੇ ਦੀ ਪੂਜਾ ਕਿਉਂ ਕਰੀਏ? ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਇਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਕੰਠ ਪਰੋਏ। ਮਹਾਰਾਜ ਕਹਿ ਰਹੇ ਨੇ ਤਿਸਕਾ ਹੁਕਮ ਬੂਝ ਸੁਖ ਹੋਏ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਜਿਸ ਦਾ ਹੁਕਮ ਬੁੱਝ ਕੇ, ਉਸ ਮਾਲਕ ਦਾ ਹੁਕਮ ਸਮਝ ਕੇ ਸੁੱਖ ਹੁੰਦਾ ਹੈ। ਹੇ ਮਨ, ਉਸ ਨਾਮ ਨੂੰ ਹਰ ਵੇਲੇ ਯਾਦ ਕਰ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ, ਤਿਸਕਾ ਨਾਮ ਰਕੰਠ ਪਰੋਏ, ਉਸ ਦੇ ਨਾਮ ਨੂੰ ਹਿਰਦੇ ਵਿੱਚ ਪਰੋ ਕੇ ਰੱਖ। ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਮਹਾਰਾਜ ਕਹਿੰਦੇ ਉਸ ਮਾਲਕ ਦਾ ਸਿਮਰਨ ਕਰਿਆ ਕਰ, ਉਸ ਮਾਲਕ ਦੀ ਇਬਾਦਤ ਕਰਿਆ ਕਰ। ਅੱਗੇ ਸਤਿਗੁਰੂ ਜੀ ਕਹਿੰਦੇ ਫਿਰ ਤੇਰੇ ਕੰਮ ਅੰਦਰ ਵਿਘਨ ਨਹੀਂ ਲੱਗਦਾ। ਵਿਘਨ ਦਾ ਅਰਥ ਕੀ ਹੈ? ਰੁਕਾਵਟ। ਤੇਰੇ ਕਿਸੇ ਵੀ ਕਾਰਜ ਅੰਦਰ ਕੋਈ ਕਦੇ ਰੁਕਾਵਟ ਨਹੀਂ ਆਵੇਗੀ ਜੇ ਤੇਰਾ ਹੀ ਵਿਸ਼ਵਾਸ, ਤੇਰਾ ਭਰੋਸਾ, ਤੇਰਾ ਯਕੀਨ ਇੱਕ ਮਾਲਕ ਪਰਮਾਤਮਾ ਤੇ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਸਾਨੂੰ ਸਮਝਾ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਇਹ ਸਭ ਕੁਝ ਕਦੋਂ ਹੁੰਦਾ ਜੀ ਬੰਦੇ ਦੀ ਜ਼ਿੰਦਗੀ ਵਿੱਚ? ਜਦੋਂ ਬੰਦੇ ਦਾ ਭਰੋਸਾ ਇੱਕ ਮਾਲਕ ਤੇ ਬਣ ਗਿਆ, ਜਦੋਂ ਸਾਡਾ ਸਾਰਿਆਂ ਦਾ ਭਰੋਸਾ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਤੇ ਬਣ ਗਿਆ। ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਦੁਨੀਆ ਦੇ ਅੰਦਰ ਕੋਈ ਪਾਵਰ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ। ਸਜਦਾ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ। ਅੱਗੇ ਮਹਾਰਾਜ ਕਹਿ ਰਹੇ ਨੇ, ਜਿਹਦੀ ਟੇਕ ਇੱਕ ਤੇ ਬਣ ਜਾਂਦੀ ਹੈ, ਜਿਹਦਾ ਭਰੋਸਾ ਇੱਕ ਤੇ ਬਣ ਜਾਂਦਾ, ਅੱਗੇ ਉਹਦੇ ਬਾਰੇ ਮਹਾਰਾਜ ਲਿਖ ਰਹੇ ਨੇ ਜੀ, ਉਸਤਤ ਮਨ ਮੈਂ ਕਰ ਨਿਰੰਕਾਰ। ਉਸਤਤ ਕਰਨੀ ਆ ਨਾ ਨਿਰੰਕਾਰ ਦੀ, ਕਿਸੇ ਨੂੰ ਦੱਸ ਕੇ ਨਾ ਕਰ, ਮਨ ਵਿੱਚ ਕਰ। ਰੱਬ ਦੀ ਵਡਿਆਈ ਕਰਨੀ ਆ, ਰੱਬ ਦਾ ਸਿਮਰਨ ਕਰ, ਮਨ ਵਿੱਚ ਕਰ, ਦੱਸਣ ਦੀ ਲੋੜ ਨਹੀਂ ਪੈਂਦੀ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਸਤਤ ਕਰਦਾ। ਅੱਗੇ ਮਹਾਰਾਜ ਨੇ ਇੱਕ ਬੜੀ ਪਿਆਰੀ ਗੱਲ ਕਹੀ, ਹੇ ਮੇਰੇ ਮਨਾ, ਹਰ ਇੱਕ ਦੇ ਨਾਲ ਸੱਚਾ ਵਿਹਾਰ ਕਰੀ। ਕੋਈ ਵੀ ਹੈ, ਉਸਤਤ ਕਰਨ ਦਾ ਅਰਥ ਇਹ ਹੁੰਦਾ ਜੀ, ਹਰ ਇੱਕ ਬੰਦੇ ਨਾਲ ਸੱਚਾ ਵਿਹਾਰ ਕਰ। ਦੁਨੀਆਦਾਰੀ ਦੇ ਅੰਦਰ ਵਿਚਰਦਾ ਹੋਇਆ, ਸਮਾਜ ਅੰਦਰ ਵਿਚਰਦਾ ਹੋਇਆ, ਘਰ ਪਰਿਵਾਰ ਅੰਦਰ ਵਿਚਰਦਾ ਹੋਇਆ, ਕਰ ਮਨ ਮੇਰੇ ਸਤ ਵਿਵਹਾਰ। ਵਿਹਾਰ ਦਾ ਅਰਥ ਕੀ ਹੈ ਜੀ? ਜੋ ਅਸੀਂ ਨਿੱਤ ਦਾ ਵਿਹਾਰ ਕਰਦੇ ਹਾਂ, ਸਾਡੀ ਬੋਲ ਚਾਲ, ਜੋ ਵੀ ਅਸੀਂ ਕੰਮ ਕਾਜ ਕਰਦੇ ਹਾਂ, ਵਿਹਾਰ ਸਤ ਦਾ ਕਰ, ਚੰਗਾ ਵਿਹਾਰ ਕਰ। ਜਿਹਦਾ ਵਿਹਾਰ ਚੰਗਾ ਹੁੰਦਾ ਹੈ, ਆਪਾਂ ਉਹਦੇ ਨਾਲ ਵਰਤਦੇ ਵਧੀਆ, ਚੀਜ਼ ਵਸਤ ਵੀ ਆਪਾਂ ਦੇ ਦਿੰਦੇ ਹਾਂ ਵੀ ਇਹਦਾ ਵਿਹਾਰ ਚੰਗਾ ਮੋੜ ਦੂਗਾ। ਮਹਾਰਾਜ ਵਿਹਾਰ ਵੀ ਕਹਿੰਦੇ ਚੰਗਾ ਕਰ ਜੇ ਕਰੇਗਾ। ਅੱਗੇ ਮਹਾਰਾਜ ਕਹਿੰਦੇ, ਨਿਰਮਲ ਰਸਨਾ ਅੰਮ੍ਰਿਤ ਪੀਓ। ਆ ਰਸਨਾ ਦੇ ਨਾਲ ਅੰਮ੍ਰਿਤ ਪੀਆ ਕਰ। ਨਿਰਮਲ ਤੇਰੀ ਰਸਨਾ ਨਾ ਜਿਹੜੀ, ਇਹਦੇ ਨਾਲ ਅੰਮ੍ਰਿਤ ਪੀਆ ਕਰ। ਅੰਮ੍ਰਿਤ ਹੁਣ ਕਿਵੇਂ ਪੀਏ? ਇੱਥੇ ਆਪਾਂ ਬੈਠੇ ਸਾਰੇ ਅੰਮ੍ਰਿਤ ਰੋਜ਼ਾਨਾ ਪੀਂਦੇ ਹਾਂ। ਗੁਰਬਾਣੀ ਦਾ ਅੰਮ੍ਰਿਤ ਪੀਣਾ, ਗੁਰਬਾਣੀ ਦਾ ਅੰਮ੍ਰਿਤ ਛਕਣਾ। ਕਿਵੇਂ ਛਕੀਏ? ਗੁਰਬਾਣੀ ਦੇ ਸ਼ਬਦ ਨੂੰ ਮਨ ਵਿੱਚ ਵਸਾ ਕੇ। ਸਦਾ ਸੁਹੇਲਾ ਕਰ ਲੈ ਜੀਓ। ਮਹਾਰਾਜ ਕਹਿੰਦੇ ਜਦੋਂ ਅੰਮ੍ਰਿਤ ਪੀ ਲਿਆ ਨਾ ਰਸਨਾ ਨੇ, ਫਿਰ ਸੁਹੇਲੇ ਦਾ ਅਰਥ ਸੁੱਖ। ਤੇਰਾ ਮਨ, ਤੇਰਾ ਤਨ
ਸਦਾ ਸੁਹੇਲਾ ਕਰ ਲੈ ਜੀਓ, ਸਦਾ ਸੁਖ ਵਿੱਚ ਰਹੇਗਾ, ਆਨੰਦ ਵਿੱਚ ਰਹੇਗਾ। ਨੈਣੋ ਪੇਖ ਠਾਕੁਰ ਕਾ ਰੰਗ, ਅੱਖਾਂ ਦੇ ਨਾਲ, ਨੈਣਾਂ ਦੇ ਨਾਲ ਠਾਕੁਰ ਦੇ ਰੰਗ ਨੂੰ, ਪਰਮਾਤਮਾ ਦੇ ਰੰਗ ਨੂੰ ਸੰਸਾਰ ਅੰਦਰੋਂ ਵੇਖਿਆ ਕਰ। ਕਿੱਡੇ ਕਮਾਲ ਦੇ ਰੰਗ ਨੇ ਪਰਮਾਤਮਾ ਦੇ। ਸਾਧ ਸੰਗ ਬਿਨਸੈ ਸਭ ਸੰਗ, ਸੰਗਤ ਵਿੱਚ ਆ ਕੇ ਸਭ ਕੁਝ ਦੂਰ ਹੋ ਜਾਂਦਾ ਹੈ। ਮਹਾਰਾਜ ਕਹਿ ਰਹੇ ਨੇ ਸਾਧਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਆ ਕੇ ਸਭ ਕੁਝ ਦੂਰ ਹੋ ਜਾਂਦਾ ਹੈ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਮਹਾਰਾਜ ਕਹਿੰਦੇ ਗੁਰੂ ਵਾਲੇ ਮਾਰਗ ਤੇ ਚਰਨ ਚਲੋ, ਆਪਣੇ ਚਰਨਾਂ ਨੂੰ ਗੁਰੂ ਵਾਲੇ ਮਾਰਗ ਤੇ ਚਲਾਓ। ਚਰਨ ਚਲੋ ਮਾਰਗ ਗੋਬਿੰਦ, ਫਿਰ ਕੀ ਹੁੰਦਾ? ਮਿਟੈ ਪਾਪ, ਪਾਪ ਮਿਟ ਜਾਂਦੇ ਨੇ। ਗੁਰੂ ਵਾਲੇ ਮਾਰਗ ਤੇ ਚੱਲ ਕੇ ਪਾਪ ਮਿਟ ਜਾਂਦੇ ਨੇ। ਜਪੀਏ ਹਰ ਬਿੰਦ, ਮਨ, ਪਾਤਸ਼ਾਹ ਜੀ ਕਹਿੰਦੇ ਰਤਾ ਭਰ ਥੋੜਾ ਜਿਹਾ ਚਿਰ ਰੱਬ ਨੂੰ ਕਿਤੇ ਚੇਤੇ ਕਰਕੇ ਵੇਖ, ਮਨ ਲਾ ਕੇ, ਕਿੰਨੇ ਪਾਪ ਦੂਰ ਹੁੰਦੇ ਨੇ। ਕਰ ਹਰ ਕਰਮ, ਹੱਥਾਂ ਦੇ ਨਾਲ ਕਰ ਹਰ ਕਰਮ, ਸ਼ਰਬਨ ਹਰ ਕਥਾ। ਮਹਾਰਾਜ ਕਹਿੰਦੇ ਹੱਥਾਂ ਦੇ ਨਾਲ ਕੰਮ ਕਰ, ਕੰਨਾਂ ਨਾਲ ਕਥਾ ਸੁਣ। ਕਰ ਹਰ ਕਰਮ, ਸ਼ਰਬਨ ਹਰ ਕਥਾ। ਰੱਬ ਦੀ ਵਡਿਆਈ, ਰੱਬ ਦੀ ਸਿਫਤ, ਹਰ ਦਰਗਾਹ ਨਾਨਕ ਉਜਲ ਮਥਾ। ਫਿਰ ਕੀ ਹੁੰਦਾ? ਰੱਬ ਦੀ ਦਰਗਾਹ ਅੰਦਰ, ਰੱਬ ਦੀ ਹਜ਼ੂਰੀ ਅੰਦਰ ਤੇਰਾ ਮੱਥਾ ਉਜਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਬੇਦਾਗ ਹੋ ਜਾਂਦਾ ਹੈ। ਅੱਗੇ ਗੁਰੂ ਅਰਜਨ ਸਾਹਿਬ ਜੀ ਅਗਲਾ ਜਿਹੜਾ ਬੰਦਾ ਅੱਗੇ ਸਮਝਾ ਰਹੇ ਨੇ ਜੀ, 3 ਨੰਬਰ ਬੰਦ ਅੰਦਰ। ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਜਗ ਦੇ ਅੰਦਰ, ਸੰਸਾਰ ਦੇ ਅੰਦਰ ਉਹ ਬੜਭਾਗੀ ਨੇ ਜਿਹੜੇ ਰੱਬ ਦੇ ਗੁਣ ਗਾਉਂਦੇ ਨੇ ਹਰ ਵੇਲੇ। ਰਾਮ ਨਾਮ ਜੋ ਕਰੈ ਵਿਚਾਰ, ਸੇ ਤਰਵੰਤ ਗਣੀ ਸੰਸਾਰ। ਜਿਹੜੇ ਮਨੁੱਖ ਰੱਬ ਦੇ ਨਾਮ ਦੀ ਵਿਚਾਰ ਕਰਦੇ ਨੇ ਉਹ ਮਨੁੱਖ ਬਹੁਤ ਅਮੀਰ ਹੁੰਦੇ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੇ ਧਨਵੰਤ, ਧਨ ਵਾਲੇ। ਦੁਨਿਆਵੀ ਤੌਰ ਤੇ ਤਾਂ ਅਸੀਂ ਬੜੇ ਅਮੀਰ ਲੋਕ ਵੇਖਦੇ ਹਾਂ ਜੀ, ਪ੍ਰਾਪਰਟੀਆਂ ਵਾਲੇ, ਬਹੁਤ ਪ੍ਰਾਪਰਟੀ ਦੇ ਮਾਲਕ ਆਪਾਂ ਨੂੰ ਬਹੁਤ ਦੁਨੀਆ ਅੰਦਰ ਮਿਲਦੇ ਨੇ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸਲ ਅਮੀਰ ਬੰਦਾ ਪਤਾ ਕੌਣ ਹੁੰਦਾ? ਜੋ ਨਾਮ ਜਪਦਾ ਹੈ, ਨਾਮ ਧਿਆਉਂਦਾ ਹੈ। ਅਤੇ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਉਹ ਧਨੀ ਨੇ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਮਨ ਦੇ ਰਾਹੀਂ, ਤਨ ਦੇ ਰਾਹੀਂ, ਮੁਖ ਦੇ ਰਾਹੀਂ, ਬੋਲੇ ਹਰ ਮੁਖੀ। ਸਤਿਗੁਰ ਮਹਾਰਾਜ ਕਹਿੰਦੇ ਮਨ ਦੇ ਨਾਲ, ਤਨ ਦੇ ਨਾਲ, ਮੂੰਹ ਦੇ ਨਾਲ ਹਰ ਵੇਲੇ ਉਹ ਰੱਬ ਦੀ ਸਿਫਤ ਵਾਲੀ ਬਾਣੀ ਗਾਉਂਦੇ ਨੇ, ਬੋਲਦੇ ਨੇ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ ਸਦਾ ਸਦਾ ਜਾਨੋ ਤੇ ਸੁਖੀ। ਉਹ ਮਨੁੱਖ ਕਦੇ ਦੁਖੀ ਨਹੀਂ ਹੁੰਦੇ, ਭਾਵੇਂ ਉਹਨਾਂ ਦੇ ਕੋਲ ਵੱਡੇ ਮਹਿਲ ਨਹੀਂ, ਵੱਡੀ ਕੋਠੀ ਨਹੀਂ, ਪਰ ਉਹ ਬੰਦੇ ਸੁਖੀ ਰਹਿੰਦੇ ਨੇ, ਸਕੂਨ ਵਿੱਚ ਨੇ, ਸਬਰ ਵਿੱਚ ਨੇ। ਜਿਨ੍ਹਾਂ ਦੇ ਮਨ ਅੰਦਰ ਨਿਰੰਕਾਰ ਵਸ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਕੁੱਲੀਆਂ ਵਿੱਚ ਬਹਿ ਕੇ ਵੀ ਆਨੰਦ ਮਾਣਦੇ ਨੇ, ਸੁੱਖ ਮਾਣਦੇ ਨੇ। ਗੱਲ ਤਾਂ ਅੰਦਰ ਨਿਰੰਕਾਰ ਨੂੰ ਵਸਾਉਣ ਦੀ ਹੈ। ਏਕੋ ਏਕ ਏਕ ਪਛਾਣੈ, ਇਹ ਤੁਤ ਕੀਓ ਸੋਝੀ ਜਾਣੈ। ਜਿਹਦੇ ਅੰਦਰ ਇੱਕ ਵਸ ਜਾਂਦਾ, ਜਿਹਨੂੰ ਇੱਕ ਦੀ ਪਛਾਣ ਆ ਜਾਂਦੀ ਹੈ, ਇਹ ਤੁਤ ਕੀਓ ਸੋਝੀ। ਅਤੇ ਇੱਥੋਂ ਦੀ ਤੇ ਆਉਣ ਵਾਲੇ ਸਮੇਂ ਦੀ ਉਹਨੂੰ ਸੋਝੀ ਹੋ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਸੈ ਨਿਰੰਜਨ ਜਾਣਿਆ। ਨਾਮ ਦੇ ਨਾਲ ਜਿਹਦਾ ਮਨ ਲੱਗ ਜਾਂਦਾ ਉਹ ਮਾਇਆ ਦੀ ਕਾਹਲਕ ਤੋਂ ਰਹਿਤ ਹੋ ਜਾਂਦਾ। ਅੱਗੇ ਮਹਾਰਾਜ ਕਹਿ ਰਹੇ ਨੇ ਗੁਰ ਪ੍ਰਸਾਦ ਆਪਨ ਆਪ ਸੁਝੈ,
ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਪਛਾਣਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹੋ ਆ ਜੀ, ਆਪਣੇ ਆਪ ਦੀ ਪਛਾਣ ਕਰਨੀ। ਗੁਰਪ੍ਰਸਾਦ ਆਪਨ ਆਪ ਬੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਮਾਨੋ ਉਸ ਮਨੁੱਖ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਜਿਹੜਾ ਮਨੁੱਖ ਸੰਗਤ ਵਿੱਚ ਆ ਕੇ ਰੱਬ ਰੱਬ ਕਰਦਾ ਹੈ, ਰੱਬ ਦੀ ਵਡਿਆਈ ਕਰਦਾ, ਰੱਬ ਦਾ ਜਸ ਕਰਦਾ ਹੈ, ਸਰਬ ਰੋਗ ਤੇ ਸਾਰਿਆਂ ਰੋਗਾਂ ਤੋਂ ਉਹ ਜਨ ਰਹਿਤ ਹੋ ਜਾਂਦਾ ਹੈ। ਗੁਰਬਾਣੀ ਸਾਡੇ ਅਨੇਕਾਂ ਰੋਗ ਕੱਟਦੀ ਹੈ ਮਾਨਸਿਕ ਤੌਰ 'ਤੇ। ਬਾਣੀ ਸਾਨੂੰ ਬਲਵਾਨ ਕਰਦੀ ਹੈ, ਤਕੜੇ ਬਣਾਉਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜੇ ਸੰਗਤ ਵਿੱਚ ਆ ਕੇ ਗੁਰੂ ਦੀ ਵਿਚਾਰ ਨੂੰ ਅੰਦਰ ਵਸਾ ਲਿਆ ਨਾ, ਤੇਰੇ ਸਾਰੇ ਰੋਗ ਖਤਮ ਹੋ ਜਾਣ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਅਨ ਦਿਨ ਕੀਰਤਨ ਕੇਵਲ ਵਖਿਆਨ। ਅਨ ਦਿਨ ਹਰ ਵੇਲੇ, ਦਿਨ ਅਤੇ ਰਾਤ ਰੱਬ ਦਾ ਰੱਬ ਦੀ ਕੀਰਤੀ ਕਰ। ਬਾਦਸ਼ਾਹ ਜੀ ਕਹਿੰਦੇ ਉਹਦਾ ਵਖਿਆਨ ਕਰ। ਗ੍ਰਸਤ ਮੈਂ ਸੋਈ ਨਿਰਵਾਣ। ਗ੍ਰਸਤ ਵਿੱਚ ਰਹਿੰਦਾ ਹੋਇਆ ਵੀ ਤੂੰ ਨਿਰਵਾਣ ਹੈ, ਬਾਸ਼ਨਾ ਤੋਂ ਰਹਿਤ ਹੈ। ਗ੍ਰਸਤ ਵਿੱਚ ਰਹਿ ਕੇ ਵੀ ਤੂੰ ਨਾ ਬਾਸ਼ਨਾ ਤੋਂ ਰਹਿਤ ਹੋ ਜਾਵੇਂਗਾ ਜੇ ਅਨ ਦਿਨ ਕੀਰਤਨ ਕੇਵਲ ਵਖਿਆਨ। ਅੱਗੇ ਮਹਾਰਾਜ ਕਹਿੰਦੇ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀ ਹੈ ਜਮ ਕੀ ਫਾਸਾ। ਜਿਹਦੀ ਆਸ ਕੇਵਲ ਇੱਕ ਕੁੱਤੇ ਬਣ ਗਈ ਹੈ। ਮਹਾਰਾਜ ਕਹਿੰਦੇ ਉਹ ਜਨ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ। ਪਾਰ ਬ੍ਰਹਮ ਦੀ ਜਿਹਨੂੰ ਭੁੱਖ ਲੱਗ ਜਾਵੇ, ਰੱਬ ਦੇ ਨਾਮ ਦੀ ਜਿਹਨੂੰ ਭੁੱਖ ਲੱਗ ਜਾਵੇ, ਨਾਨਕ ਤਿਸੈ ਨਾ ਲਾਗੈ ਦੁਖ। ਹੇ ਨਾਨਕ, ਉਸ ਮਨੁੱਖ ਨੂੰ ਕਦੇ ਦੁੱਖ ਨਹੀਂ ਲੱਗਦਾ। ਕੋਈ ਵੀ ਜਿਹਨੂੰ ਨਾਮ ਦੀ ਭੁੱਖ ਲੱਗ ਜਾਵੇ, ਦੁੱਖ ਰੋਗ ਸੰਤਾਪ ਉਤਰ, ਸਭ ਕੁਝ ਉਤਰ ਜਾਂਦਾ ਜੀ। ਭੈੜੇ ਸੰਤਾਪ ਉਤਰ ਜਾਂਦੇ ਨੇ ਜਦੋਂ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਬਣ ਜਾਂਦਾ। ਆਓ ਗੁਰਮੁਖੋ, ਥੋੜਾ ਆਪਣੇ ਕੋਲ ਸਮਾਂ ਹੋਰ ਹੈ। ਲੜੀਵਾਰ ਜਿਹੜੀ ਕਥਾ ਵਿਚਾਰ, ਇਤਿਹਾਸਕ ਵਿਚਾਰ ਚੱਲ ਰਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਆਪਾਂ ਸਾਂਝ ਪਾ ਲਈ। ਇੱਥੇ ਤੱਕ ਗੁਰਬਾਣੀ ਦੀ ਵਿਚਾਰ ਸਮਾਪਤ ਹੁੰਦੀ ਹੈ। ਜਿਹੜੀਆਂ ਰਹਿੰਦੀਆਂ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਅਸ਼ਟਪਦੀ 14 ਨੰਬਰ ਚੱਲ ਰਹੀ ਹੈ ਜੀ, ਲੜੀਵਾਰ। ਜਿਹੜੀ ਆਪਾਂ ਪਿਛਲੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਦੇ ਆ ਰਹੇ ਸੀ, ਅੰਮ੍ਰਿਤ ਦੀਆਂ ਬਰਕਤਾਂ ਬਾਰੇ ਆਪਾਂ ਗੱਲ ਕੀਤੀ ਸੀ। ਅੱਜ ਆਪਾਂ ਸੰਖੇਪ ਅੰਦਰ ਗੱਲ ਕਰਾਂਗੇ ਰਹਿਤ ਬਾਰੇ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਛਕਾਈ, 5 ਪਿਆਰੇ ਸਾਜੇ। ਸਭ ਤੋਂ ਵੱਡੀ ਗੱਲ ਆ ਜੀ ਰਹਿਤ। ਜ਼ਿੰਦਗੀ ਵਿੱਚ ਰਹਿਤ ਰੱਖਣੀ ਬਹੁਤ ਜ਼ਰੂਰੀ ਹੈ। ਜੇ ਜ਼ਿੰਦਗੀ ਵਿੱਚ ਰਹਿਤ ਆ ਜਾਵੇ ਨਾ ਤਾਂ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ।